ਅੱਜ ਤੁਹਾਡੀਆਂ ਨਜ਼ਰਾਂ ਉਸ ਧਰਤੀ ਦੇ ਉੱਤੇ ਆ ਜਿੱਥੇ ਕਦੇ ਕੋਈ ਕੌਮ ਮਿਰਚਾਂ ਬੀਜਣ ਵਾਸਤੇ ਆਈ ਸੀ ਤੇ ਉਸ ਤੋਂ ਬਾਅਦ ਉਸ ਕੌਮ ਨੇ ਹਿੰਦੁਸਤਾਨ ਤੇ ਕਬਜ਼ਾ ਕਰ ਲਿਆ ਸੀ। ਅੱਜ ਦੀ ਜਾਣਕਾਰੀ ਤੁਹਾਡੀ ਤੇ ਤੁਹਾਡੇ ਬੱਚਿਆਂ ਲਈ ਬਹੁਮੁੱਲ ਆ। ਇਹਨੂੰ ਸ਼ੇਅਰ ਕਰਨਾ ਤੁਸੀਂ, ਤੁਹਾਡੀ ਪਹਿਲੀ ਜ਼ਿੰਮੇਵਾਰੀ ਆ। ਆ ਜਿਹੜਾ ਕਿਲਾ ਤੁਸੀਂ ਦੇਖ ਰਹੇ ਆ ਇਹ ਪਟਿਆਲਾ ਰਿਆਸਤ ਦੇ ਨਾਲ ਸੰਬੰਧ ਰੱਖਦਾ ਹੈ, ਪਰ ਜੋ ਦੇਖ ਰਹੇ ਹੋ ਇਹ ਹੋ ਸਕਦਾ ਕਿ ਤੁਸੀਂ ਆਖਰੀ ਵਾਰੀ ਦੇਖ ਰਹੇ ਹੋਵੋ। ਆ ਜੋ ਦੱਸਦੇ ਆ ਇਹਦਾ ਇਤਿਹਾਸ, ਬਣੇ ਰਹੋ। हाँ जी, सत श्री अकाल जी सारिਆਂ ਨੂੰ। ਅੱਜ ਤੁਹਾਨੂੰ ਬਹੁਤ ਤਕੜਾ ਇਤਿਹਾਸ ਦੱਸਣਾ। ਪਟਿਆਲੇ ਦੇ ਜਮਾਂ ਹੀ ਨਾਲ ਲੱਗਦਾ ਇੱਕ ਪਿੰਡ ਆ ਸਨੌਰ, ਉਹਦਾ ਇਤਿਹਾਸ ਦੱਸਣਾ। ਤੇ ਉੱਥੇ ਕਿਸੇ ਸਮੇਂ ਹੁੰਦਾ ਸੀ ਕਿਲਾ, ਜਿਹੜਾ ਕਿਲਾ ਸੀਗਾ ਮਹਾਰਾਣੀ ਆਸ ਕੌਰ ਦਾ ਬਣਾਇਆ ਹੋਇਆ ਸੀ। ਤੇ ਕਿਸੇ ਸਮੇਂ ਬਾਬਾ ਆਲਾ ਸਿੰਘ ਦੀ ਇਹ ਰਾਜਧਾਨੀ ਹੁੰਦਾ ਸੀ। ਤਕਰੀਬਨ 1748 ਦੀ ਗੱਲ ਆ ਕਿ ਜਦੋਂ ਇਹ ਸਨੌਰ ਰਾਜਧਾਨੀ ਹੁੰਦਾ ਸੀ। ਹੁਣ ਸਿਰਫ ਕੁਝ ਕੰਧਾਂ ਤੇ ਕੁਝ ਨਿਸ਼ਾਨ ਤੇ ਕੁਝ ਆ ਡਾਟਾਂ ਰਹਿ ਗਈਆਂ ਨੇ। ਤੇ ਇਹੀ ਕਿਲੇ ਦਾ ਮਤਲਬ ਚਲੋ ਕੋਈ ਬਚਿਆ ਹੋਇਆ ਹਿੱਸਾ ਵਾ। ਤੇ ਇਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ। ਤੁਹਾਨੂੰ ਮੈਂ ਦੱਸਦਾ ਵੀ ਸਨੌਰ ਨਾਂ ਕਿਵੇਂ ਪਿਆ। ਕਿਉਂਕਿ ਜਦੋਂ ਮੁਸਲਮਾਨ ਕਬੀਲਾ ਜੋ ਅਫਗਾਨ ਤੋਂ ਆਏ ਸੀਗੇ ਲੋਕ, ਮੁਸਲਮਾਨ ਅਫਗਾਨੀ ਲੋਕ, ਤਾਂ ਉਹਨਾਂ ਨੇ ਜਦੋਂ ਇੱਥੇ ਆਏ ਤਾਂ ਉਹ ਆਪਦੇ ਨਾਲ ਮਿਰਚਾਂ ਦੇ ਬੀਜ ਲੈ ਕੇ ਆਏ ਸੀ। ਜਿਹੜੀਆਂ ਮਿਰਚਾਂ ਲਾਲ ਤੇ ਪੀਲੀਆਂ ਮਿਰਚਾਂ ਦੀ ਖੇਤੀ ਇੱਥੇ ਇਸ ਏਰੀਏ 'ਚ ਬਹੁਤ ਹੁੰਦੀ ਰਹੀ। ਤੇ ਉਹਨਾਂ ਦੀ ਪੈਦਾਵਾਰ ਇੰਨੀ ਹੋਈ ਕਿ ਸੁਨਾਮ ਤੋਂ ਲੈ ਕੇ ਸਮਾਣੇ ਤੱਕ ਚਰਚਾ ਹੋ ਗਈ, ਵੀ ਮਸ਼ਹੂਰ ਹੋ ਗਿਆ ਇਲਾਕਾ ਮਿਰਚਾਂ ਦੀ ਖੇਤੀ ਦੇ ਲਈ। ਤੇ ਉਦੋਂ ਬਾਅਦ ਦੇ ਵਿੱਚ ਇਸ ਪੀਲੀਆਂ ਮਿਰਚਾਂ ਦੇ ਕਰਕੇ ਨੂੰ ਸੋਨ ਨਗਰੀ ਵੀ ਕਿਹਾ ਗਿਆ, ਮਤਲਬ ਸੋਨੇ ਵਰਗੀ ਝਲਕ ਲੱਗਦੀ ਕਰਕੇ ਸੋਨ ਨਗਰੀ ਕਿਹਾ ਗਿਆ। ਤੇ ਉਸ ਤੋਂ ਹੀ ਫਿਰ ਸੋਨ ਨਗਰੀ ਤੋਂ ਵਿਗੜ ਕੇ ਹੌਲੀ ਹੌਲੀ ਨਾ ਮਤਲਬ ਬਣ ਗਿਆ ਸਨੌਰ ਬਣ ਗਿਆ। ਤੇ ਇਸ ਵਕਤ ਇਸੇ ਕਿਲੇ ਦੇ ਵਿੱਚ ਤੇ 1748 ਦੇ ਵਿੱਚ ਬਾਬਾ ਆਲਾ ਸਿੰਘ ਦੀ ਇਹ ਰਾਜਧਾਨੀ ਹੁੰਦਾ ਸੀਗਾ। ਤੇ ਉਸ ਤੋਂ ਬਾਅਦ ਮਹਾਰਾਣੀ ਆਸ ਕੌਰ ਦਾ ਇਹ ਕਿਲਾ ਹੁੰਦਾ ਸੀਗਾ। ਕਿਉਂਕਿ ਜਿਹੜੀ ਮਹਾਰਾਣੀ ਆਸ ਕੌਰ ਸੀ ਤੇ ਮਹਾਰਾਜਾ ਸਾਹਿਬ ਸਿੰਘ ਸੀ, ਇਹਨਾਂ ਦੇ ਵਿੱਚ ਆਪਸੀ ਅਣਬਣ ਬਹੁਤ ਰਹਿੰਦੀ ਹੁੰਦੀ ਸੀਗੀ। ਮਤਲਬ ਇਹਨਾਂ 'ਚ ਟਕਰਾਅ ਹੁੰਦਾ ਰਹਿੰਦਾ ਸੀ। ਤੇ ਉਦੋਂ ਬਾਅਦ ਦੇ ਵਿੱਚ ਅੰਗਰੇਜ਼ ਅਫਸਰ ਹੁੰਦਾ ਸੀ ਤੇ ਏਜੰਟ ਹੁੰਦਾ ਸੀਗਾ, ਉਹ ਉਹਨਾਂ ਦੇ ਵਿੱਚ ਆ ਕੇ ਸੁਲ੍ਹਾ ਕਰਾਉਂਦਾ ਹੁੰਦਾ ਸੀ। ਤੇ ਤੁਹਾਨੂੰ ਮੈਂ ਮਾੜਾ ਜਿਹਾ ਦੱਸਦੇ ਹਾਂ ਵੀ ਇਹ ਆ ਲੋਹੇ ਦੇ ਗਾਡਰ ਨੇ ਗਲੈਰਨ ਜੇ ਪਾ ਕੇ ਡਾਟਾਂ ਬਣਾਈਆਂ ਗਈਆਂ ਨੇ, ਚੂਨੇ ਦੀ ਬਣੀ ਹੋਈ ਆ। ਤੇ ਹੁਣ ਸਿਰਫ ਕੁਝ ਨਿਸ਼ਾਨ ਹੀ ਬਚੇ ਆ। ਕਿਉਂਕਿ ਬਹੁਤ ਸਾਰੇ ਤੋਂ ਆਪਾਂ ਕਿਲੇ ਦੇਖਦੇ ਆ ਪੰਜਾਬ ਦੇ ਵਿੱਚ, ਉਹ ਕਿਲੇ ਨੇ ਜਿਨ੍ਹਾਂ ਦਾ ਇਤਿਹਾਸ ਤਾਂ ਬਹੁਤ ਤਕੜਾ, ਪਰ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਉਹ ਚੀਜ਼ਾਂ ਹੈ ਕਿੱਥੇ ਨੇ। ਤੇ ਦੱਸਦੇ ਵੀ ਪਟਿਆਲੇ ਤੋਂ 7 ਕਿਲੋਮੀਟਰ ਦੀ ਦੂਰੀ 'ਤੇ ਹੀ ਪੈ ਜਾਂਦਾ ਇਹ। ਤੇ ਇੱਥੇ ਇਹਦੇ ਮੈਂ ਦੱਸਦੇ ਵੀ ਜਿਹੜਾ ਇਹ ਏਰੀਆ ਸੀ, ਇੱਥੇ ਬਾਬਰ ਦਾ ਕਬਜ਼ਾ ਰਿਹਾ। ਤੇ ਉਹਦਾ ਇੱਕ ਸੈਨਾਪਤੀ ਹੁੰਦਾ ਸੀ ਬਹਾਲਦੀਨ ਖੋਖਰ, ਉਹਦਾ ਇੱਥੇ ਅਧਿਕਾਰ ਹੁੰਦਾ ਸੀ, ਉਹਦੇ ਅੰਡਰ ਹੁੰਦਾ ਸੀਗਾ। ਤੇ ਬਾਬਾ ਆਲਾ ਸਿੰਘ ਦੇ ਅਧੀਨ ਵੀ ਬਹੁਤ ਸਾਰੇ ਪਿੰਡ ਉਹਦੇ ਹਿੱਸੇ ਹੀ ਆਏ ਸੀਗੇ। ਤੇ ਮਤਲਬ ਬਾਬਾ ਆਲਾ ਸਿੰਘ ਨੇ ਛੋਟੀ ਉਮਰ ਦੇ ਵਿੱਚ ਹੀ ਮਤਲਬ ਥੋੜ੍ਹੇ ਇਲਾਕੇ ਨੂੰ ਜਿੱਤਦੇ ਹੋਏ, ਆਪਦੇ ਅਧੀਨ ਕਰਦੇ ਹੋਏ ਇੱਕ ਵੱਡੀ ਰਿਆਸਤ ਬਣਾ ਲਈ ਸੀ, ਜਿਹਨੂੰ ਪਟਿਆਲਾ ਰਿਆਸਤ ਕਹਿੰਦੇ ਆ। ਅਸਲ ਦੇ ਵਿੱਚ ਇਹ ਫੂਲਕੀਆ ਖਾਨਦਾਨ ਆ, ਮਤਲਬ ਕਹਿ ਸਕਦੇ ਗੋਤ ਵਜੋਂ ਵੀ ਵੇਖੀਏ ਤਾਂ ਸਿੱਧੂਆਂ ਨੂੰ ਸੰਬੰਧ ਰੱਖਣ ਵਾਲਾ ਪਰਿਵਾਰ ਆ। ਬਾਬਾ ਫੂਲ ਹੋਇਆ ਬਾਬਾ ਆਲਾ ਸਿੰਘ। ਬਾਬਾ ਆਲਾ ਸਿੰਘ ਦਾ ਜਿਹੜਾ ਜਨਮ ਸੀ ਉਹ ਹੋਇਆ ਸੀਗਾ ਰਾਮਪੁਰਾ ਫੂਲ, ਜਿਹਨੂੰ ਕਹਿੰਦੇ ਨੇ ਉਸ ਫੂਲ ਕਿਲੇ ਦੇ ਵਿੱਚ। ਉਹ ਫੂਲ ਕਿਲਾ ਹਜੇ ਉੱਥੇ ਸਲਾਮਤ ਉਵੇਂ ਹੀ ਹੈਗਾ ਵਾ। ਫੂਲ ਸਿੰਘ ਤੋਂ ਫੂਲ ਤੋਂ ਸਿੰਘ ਤੋਂ ਬਾਬਾ ਆਲਾ ਸਿੰਘ, ਆਲਾ ਸਿੰਘ ਤੋਂ ਅਮਰ ਸਿੰਘ ਜੀ, ਮਹਾਰਾਜਾ ਅਮਰ ਸਿੰਘ। ਇਸ ਤਰੀਕੇ ਨਾਲ ਇਹਨਾਂ ਦੀ ਪੀੜ੍ਹੀ ਤੁਰੀ ਆਉਂਦੀ ਸੀਗੀ। ਤੇ ਹੁਣ ਤੱਕ ਵੀ ਉਹ ਪੀੜ੍ਹੀ ਰਾਜ ਕਰ ਰਹੀ ਹੈ ਪਟਿਆਲੇ ਦੇ ਵਿੱਚ। ਮੈਂ ਥੋੜ੍ਹਾ ਜਿਹਾ ਅੰਦਰ ਨੂੰ ਕਹਿ ਕੇ ਦਿਖਾਈ ਹਰਨੇਕ ਮਾੜਾ ਜਿਹਾ ਅੱਗੇ ਆਈ ਵੀ ਆਹ ਇਸ ਕਿਸਮ ਦੀ ਛੱਤ ਆ, ਮਜ਼ਬੂਤ ਛੱਤ ਆ, ਡਿੱਗੀ ਨਹੀਂ ਗਈ। ਮਤਲਬ ਹਜੇ ਇਹਦੀ ਬਿਲਕੁਲ ਵੀ ਸੇਵਾ ਸੰਭਾਲ ਨਹੀਂ, ਪਰ ਫਿਰ ਵੀ ਇੰਨੀ ਵਧੀਆ ਵਾ ਕਿ ਹਜੇ ਤੱਕ ਵੀ ਸਹੀ ਸਲਾਮਤ ਆ। ਲੋਹਾ ਵਰਤਿਆ ਗਿਆ, ਜੰਗਾਲ ਕਿੰਨੇ ਸਮਾਂ ਹੋ ਗਿਆ, ਸਦੀਆਂ ਬੀਤ ਗਈਆਂ, ਪਰ ਹਜੇ ਤੱਕ ਵੀ ਇਹ ਸਹੀ ਸਲਾਮਤ ਆ। ਤਰੇੜਾਂ ਪੈ ਚੁੱਕੀਆਂ, ਪਰ ਜਿਹਦੇ ਨਿਸ਼ਾਨ ਆ ਉਹ ਹਜੇ ਤੱਕ ਉਵੇਂ ਬਾਕੀ ਆ। ਚਲੋ ਆਜੋ ਆਪਾਂ ਸਾਰੀ ਗੱਲਬਾਤ ਕਰਦੇ ਹਾਂ, ਆਓ ਚੱਲ ਗਏ। ਦਰਸ਼ਕੋ, ਜਿਹੜਾ ਇਹ ਕਿਲਾ ਸੀ ਨਾ, ਅਸਲ ਦੇ ਵਿੱਚ ਮਹਾਰਾਣੀ ਆਸ ਕੌਰ ਦਾ ਸੀਗਾ। ਮਹਾਰਾਣੀ ਆਸ ਕੌਰ ਤੇ ਮਹਾਰਾਜਾ ਸਾਹਿਬ ਸਿੰਘ ਪਟਿਆਲਾ ਵਾਲਾ, ਇਹਨਾਂ 'ਚ ਆਪਸ ਵਿੱਚ ਲੱਗਦੀ ਸੀਗੀ। ਬੇਸ਼ੱਕ ਕਿ ਉਹਨਾਂ ਦੀ ਪਤਨੀ ਸੀ, ਪਰ ਇਹਨਾਂ 'ਚ ਸੰਬੰਧ ਚੰਗੇ ਨਹੀਂ ਸੀਗੇ। ਮਹਾਰਾਜਾ ਸਾਹਿਬ ਸਿੰਘ ਦੀਆਂ 3 ਪਤਨੀਆਂ ਸੀ। ਤੇ ਜਦੋਂ ਇੱਥੋਂ ਕੀ ਹੋਇਆ ਕਿ ਮਹਾਰਾਜਾ ਸਾਹਿਬ ਸਿੰਘ ਦੇ ਕਹਿ ਸਕਦੇ ਜਾਂ ਪਟਿਆਲਾ ਰਿਆਸਤ ਦੇ ਅੰਗਰੇਜ਼ਾਂ ਨਾਲ ਚੰਗੇ ਸੰਬੰਧ ਹੋਣ ਦੇ ਕਰਕੇ ਇਹਨਾਂ ਨੂੰ ਬਾਹਰੀ ਹਮਲਿਆਂ ਦਾ, ਬਾਹਰੀ ਦਿੱਕਤਾਂ ਦਾ ਸਾਹਮਣਾ ਤਾਂ ਨਹੀਂ ਸੀ ਕਰਨਾ ਪੈਂਦਾ, ਪਰ ਜਦੋਂ ਅੰਦਰੂਨੀ ਕਲੇਸ਼ ਰਹਿੰਦਾ ਸੀਗਾ ਤੇ ਇਸ ਕਰਕੇ ਅੰਦਰੂਨੀ ਕਲੇਸ਼ ਦਾ ਸਾਹਮਣਾ ਹਟਾਉਣ ਲਈ ਏਜੰਟ ਰੱਖਿਆ ਗਿਆ, ਅੰਗਰੇਜ਼ ਅਫਸਰ ਏਜੰਟ ਰੱਖਿਆ ਗਿਆ ਵੀ ਦੋਨਾਂ ਦੇ ਵਿੱਚ ਉਹਨੇ ਸੁਲ੍ਹਾ ਕਰਾਤੀ। ਭਾਈ ਜਿਹੜਾ ਰਾਜ ਦਾ ਹੈਗਾ ਕਾਰਜ ਭਾਗ ਜਾਂ ਮਾਲ ਗੁਜ਼ਾਰੀ ਇਕੱਠਾ ਕਰਨਾ ਵਾ, ਉਹ ਸਾਰਾ ਮਹਾਰਾਣੀ ਸਾਹਿਬ ਕੌਰ, ਮਹਾਰਾਣੀ ਆਸ ਕੌਰ ਤੇ ਨੌਨਿਧ ਸਿੰਘ ਕਰੂਗਾ, ਉਹਦਾ ਨਾਇਬ ਜਿਹੜਾ ਸੀਗਾ। ਤੇ ਇਹਨਾਂ ਨੇ ਰਲ ਕੇ ਫਿਰ ਚੰਗਾ ਪ੍ਰਬੰਧ ਚਲਾਇਆ ਆਸ ਕੌਰ ਨੇ ਤੇ ਉਹਦੇ ਸਾਥੀ ਨੇ ਨੌਨਿਧ ਰਾਏ ਨੇ। ਤੇ ਉਸੇ ਤਹਿਤ ਫਿਰ ਉਦੋਂ ਬਾਅਦ ਦੇ ਵਿੱਚ ਚੰਗਾ ਮਤਲਬ ਰਾਜ ਭਾਗ ਚੰਗਾ ਵਿਕਸਿਤ ਹੋਇਆ।
ਪਰ ਉਸ ਤੋਂ ਬਾਅਦ ਅਹਿਲਕਾਰਾਂ ਨੇ ਫਿਰ ਭੜਕਾਉਣਾ ਸ਼ੁਰੂ ਕਰਤਾ ਵੀ ਜਿਹੜੀ ਮਹਾਰਾਣੀ ਆਸ ਕੌਰ ਆ ਇਹ ਮਹਾਰਾਜਾ ਸਾਹਿਬ ਸਿੰਘ ਤੈਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਆ, ਮਤਲਬ ਇਹਨੇ ਤੇਰੇ ਸਾਹਮਣੇ ਇੱਕ ਜਾਲ ਬੁਣ ਲਿਆ। ਤੇ ਇਸੇ ਸ਼ੱਕ ਦੇ ਵਿੱਚ ਆ ਕੇ ਮਹਾਰਾਜਾ ਸਾਹਿਬ ਸਿੰਘ ਨੇ ਕੀ ਕੀਤਾ ਕਿ ਆਸ ਕੌਰ, ਉਹਦੇ ਮੁੰਡੇ ਤੇ ਨੌਨਿਧ ਰਾਏ ਨੂੰ ਗ੍ਰਿਫਤਾਰ ਕਰ ਲਿਆ। ਤੇ ਫਿਰ ਅੰਗਰੇਜ਼ ਅਫਸਰ ਏਜੰਟ ਆਇਆ, ਉਹਨੇ ਰਾਜੀਨਾਮਾ ਕਰਾਇਆ ਵੀ ਇਹ ਗਲਤ ਗੱਲ ਆ, ਤਾੜਨਾ ਕੀਤੀ ਸਾਹਿਬ ਸਿੰਘ ਨੂੰ ਵੀ ਤੂੰ ਇਦਾਂ ਨਹੀਂ ਕਰ ਸਕਦਾ। ਤੇ ਉਸ ਤੋਂ ਬਾਅਦ ਫਿਰ ਜਿਹੜਾ ਕਾਰਜ ਭਾਗ ਸੀ ਸਾਰੇ ਇਲਾਕੇ ਦਾ ਫਿਰ ਆਸ ਕੌਰ ਨੂੰ ਸੌਂਪਿਆ ਗਿਆ। ਤੇ ਉਸ ਤੋਂ ਬਾਅਦ ਅਹਿਲਕਾਰਾਂ ਨੇ ਭੜਕਾਤਾ ਸਾਹਿਬ ਸਿੰਘ ਨੂੰ ਬਈ ਤੂੰ ਗੱਲ ਵੀ ਤੈਨੂੰ ਨਾ ਜਿਹੜਾ ਏਜੰਟ ਅੰਗਰੇਜ਼ ਅਫਸਰ ਆ ਉਹ ਤੈਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਵਾ, ਕਿਉਂਕਿ ਏਜੰਟ ਅਫਸਰ ਸੀ ਜਿਹੜਾ ਅੰਗਰੇਜ਼, ਉਹਨੇ ਆਉਣਾ ਵੀ ਸੀਗਾ ਇਸ ਪਾਸੇ ਨੂੰ ਪਟਿਆਲੇ ਵੱਲ ਨੂੰ। ਜਦੋਂ ਉਹ ਆਇਆ ਤਾਂ ਕੀ ਕੀਤਾ ਕਿ ਸਾਹਿਬ ਸਿੰਘ ਨੇ ਅਕਾਲੀ ਤੇ ਰਹੀਲੇ ਇਕੱਠੇ ਕਰ ਲਏ। ਉਹਨਾਂ ਨੇ ਇਕੱਠੇ ਕਰਕੇ ਕੀ ਕੀਤਾ ਕਿ ਜਦੋਂ ਏਜੰਟ ਆਇਆ ਤਾਂ ਉਹਦੇ 'ਤੇ ਹਮਲਾ ਕਰਤਾ। ਏਜੰਟ ਜ਼ਖਮੀ ਹੋ ਗਿਆ ਪਰ ਜਾਨ ਬਚ ਗਈ ਉਹਦੀ। ਪਰ ਬਾਅਦ ਦੇ ਵਿੱਚ ਉਹਨੇ ਲੁਧਿਆਣੇ ਤੋਂ ਖਾਸ ਫੌਜ ਮੰਗਾ ਕੇ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹਨਾਂ ਨੂੰ ਦਿੱਲੀ ਭੇਜਿਆ ਗਿਆ। ਤੇ ਉਸ ਤੋਂ ਬਾਅਦ ਮਹਾਰਾਜੇ ਨੂੰ ਤਾੜਨਾ ਕੀਤੀ ਵੀ ਗਲਤ ਗੱਲ ਕੀਤੀ ਹੈ ਤੂੰ। ਉਸ ਤੋਂ ਬਾਅਦ ਫਿਰ ਸਾਰਾ ਰਾਜ ਭਾਗ ਮਹਾਰਾਣੀ ਆਸ ਕੌਰ ਨੂੰ ਸੌਂਪਿਆ ਗਿਆ ਤੇ ਉਹਨੇ ਬੜੇ ਸੁਚੱਜੇ ਤਰੀਕੇ ਨਾਲ ਰਾਜ ਭਾਗ ਫਿਰ ਚਲਾਇਆ ਸੀਗਾ ਤੇ ਨਾਲ ਉਹਦੇ ਨੌਨਿਧ ਰਾਏ ਹੁੰਦਾ ਸੀ। ਤੁਹਾਨੂੰ ਮੈਂ ਦੱਸਦੇ ਇਸ ਵਕਤ ਹਾਲਤ ਬਹੁਤ ਖਸਤਾ ਵਾ। ਅਸੀਂ ਮਗਰਲੀ ਕੰਧ ਤੇ ਕਿਸੇ ਹੋਰ ਛੱਤ ਦੇ ਉੱਤੇ ਖੜ ਕੇ ਆ ਕੰਧ ਦਿਖਾ ਰਹੇ ਵੀ ਇਹ ਉਸ ਵੇਲੇ ਦੀ ਕੰਧ ਹੀ ਆ। ਤਰੇੜਾਂ ਪੈ ਚੁੱਕੀਆਂ ਨੇ, ਉਸ ਸਮੇਂ ਦੇ ਵਿੱਚ ਲੋਹੇ ਦੇ ਸਰੀਏ ਵੀ ਲੱਗੇ ਹੋਏ ਆ ਤੇ ਇੱਥੇ ਮਸਜਿਦ ਵੀ ਆ। ਦੱਸਦੇ ਵੀ ਇੱਥੇ ਬਾਬਰ ਦਾ ਕਬਜ਼ਾ ਹੁੰਦਾ ਸੀਗਾ ਤੇ ਬਾਕੀ ਗੱਲਾਂ ਬਾਬਰ ਬਾਰੇ ਆਪਾਂ ਥੱਲੇ ਜਾ ਕੇ ਕਰਦੇ ਹਾਂ। ਦਰਸ਼ਕੋ ਇਹ ਵੀ ਇੱਕ ਕਿਲੇ ਦਾ ਇੱਕ ਪਾਸਾ ਥੋੜਾ ਜਿਹਾ ਬਚਿਆ, ਮੈਂ ਤੁਹਾਨੂੰ ਉਹ ਦਿਖਾ ਰਿਹਾ। ਡਾਟਾਂ ਡਿੱਗ ਰਹੀਆਂ ਨੇ, ਕੀ ਹਾਲ ਆ ਤੁਹਾਡੇ ਸਾਹਮਣੇ ਹੀ ਸਥਿਤੀ। ਇੱਧਰਲੇ ਪਾਸੇ ਇੱਕ ਕੰਧ ਨਿੱਕੀ ਇੱਟ ਦੀ ਬਚੀ ਹੋਈ ਆ ਤੇ ਜਾਂ ਇੱਕ ਆਹ ਪਾਸਾ ਬਚਿਆ ਹੋਇਆ, ਜਾਂ ਮੈਂ ਤੁਹਾਨੂੰ ਇੱਕ ਪਹਿਲਾਂ ਦਿਖਾਇਆ ਸੀ। ਤੁਹਾਨੂੰ ਵੀ ਦੱਸਦੇ ਹਾਂ ਵੀ ਮਹਾਰਾਜਾ ਸਾਹਿਬ ਸਿੰਘ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਪੱਗ ਵੀ ਵਟਾਈ ਸੀਗੀ। ਮਤਲਬ ਮਹਾਰਾਜਾ ਰਣਜੀਤ ਸਿੰਘ ਨੇ ਵੀ ਚੰਗੇ ਸੰਬੰਧ ਸੀ ਇਹਨਾਂ ਦੇ ਆਪਸ ਵਿੱਚ। ਜਿਹੜਾ ਮਹਾਰਾਜਾ ਸਾਹਿਬ ਸਿੰਘ ਸੀ ਇਹਦੀ ਮੌਤ ਲਗਭਗ 1812 ਦੇ ਕਰੀਬ ਹੋਈ ਆ ਤੇ ਉਸ ਤੋਂ ਬਾਅਦ ਮਹਾਰਾਜਾ ਕਰਮ ਸਿੰਘ ਗੱਦੀ ਤੇ ਬੈਠਿਆ ਸੀਗਾ ਤੇ ਰਾਜ ਭਾਗ ਚੰਗਾ ਚੱਲਿਆ। ਉਸ ਤੋਂ ਬਾਅਦ ਸਮੇਂ-ਸਮੇਂ ਤੇ ਬਦਲਦੇ ਗਏ ਹਾਕਮ। ਤੇ ਇਹਦਾ ਜਿਹੜਾ ਆਹ ਏਰੀਆ ਨਾ ਇੱਧਰ ਕਿਹਾ ਜਾਂਦਾ ਵੀ ਘੋੜੇ ਬੰਨੇ ਜਾਂਦੇ ਹੁੰਦੇ ਸੀ, ਘੋੜੇ ਬੰਨਣ ਦੀ ਥਾਂ ਹੁੰਦੀ ਸੀਗੀ। ਇਸ ਵਕਤ ਆ ਵੱਡੀਆਂ ਵੱਡੀਆਂ ਛੱਤਾਂ ਡਿੱਗੀਆਂ ਚੁੱਕੀਆਂ, ਬਾਰੀਆਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ ਤੁਹਾਨੂੰ। ਪਰ ਇਹ ਏਰੀਆ ਜਿਹੜਾ ਸੀਗਾ ਪੋਰਸ਼ਨ ਇਹ ਹੁਣ ਤਾਂ ਢਾਹ ਢੇਰੀ ਹੋ ਚੁੱਕਿਆ ਵਾ। ਇਹ ਅਸਲ ਦੇ ਵਿੱਚ ਘੋੜੇ ਬੰਨਣ ਦਾ ਇਲਾਕਾ ਹੁੰਦਾ ਸੀਗਾ। ਬਸ ਇਸ ਪਾਸੇ ਮਗਰਲੇ ਪਾਸੇ ਘੋੜੇ ਬੰਨੇ ਜਾਂਦੇ ਸੀ ਕਿਉਂਕਿ ਇੱਥੇ ਯਕੀਨਨ ਵੱਡਾ ਗੇਟ ਵੀ ਹੋਊਗਾ। ਹੁਣ ਉਹ ਢਹਿ ਢੇਰੀ ਹੋ ਗਿਆ। ਹੁਣ ਇੱਕ ਆ ਵੇਲਾਂ ਜੀਆਂ ਜਿਹੜੀਆਂ ਬੱਚੀਆਂ ਇਹ ਬਚੀਆਂ ਨੇ। ਤੇ ਇੱਧਰਲੇ ਪਾਸੇ ਦਿਖਾ ਦਿਆਂ ਵੀ ਆ ਜਮਾਂ ਹੀ ਆਖਰੀ ਨਿਸ਼ਾਨ ਤੇ ਨੇ। ਇਸ ਵਕਤ ਮੈਂ ਸਨੌਰ ਦੇ ਵਿੱਚ ਆ, ਮੈਂ ਪਟਿਆਲਾ ਰਿਆਸਤ ਦੇ ਨਾਲ ਸੰਬੰਧਿਤ ਗੱਲ ਕਰ ਰਹੇ ਹਾਂ। ਆਹ ਦੇਖੋ ਇਹ ਵੀ ਪੁਰਾਣੀਆਂ ਨੇ ਸਾਰੀਆਂ ਚੀਜ਼ਾਂ। ਬੋਹੜ ਪਿੱਪਲ ਉੱਗ ਚੁੱਕੇ ਨੇ, ਨਿੱਕੀਆਂ ਨਿੱਕੀਆਂ ਇੱਟਾਂ ਨੇ, ਚੂਨੇ ਦੇ ਨਾਲ ਲੱਗੀਆਂ ਨੇ। ਕਹਿ ਸਕਦੇ ਹਾਂ ਕਿ ਯਾਰ ਸਾਡੇ ਸਿੱਖ ਰਾਜਿਆਂ ਦੀ ਵਿਰਾਸਤ ਸੀ ਤੇ ਇਸ ਵਕਤ ਜਮਾਂ ਖੰਡਰ ਹੋ ਚੁੱਕੀ ਆ। ਤਾਂ ਤੋਂ ਤੁਸੀਂ ਵੇਖੋਗੇ ਕਿ ਛੱਜੇ ਜੇ ਬਣੇ ਹੋਏ ਆ ਵੀ ਜਿਨ੍ਹਾਂ ਵੇਲਿਆਂ 'ਚ ਬਣਿਆ ਹੋਊਗਾ ਕਿਲ੍ਹਾ ਵੀ ਪੂਰੀ ਚੜ੍ਹਤ ਹੋਊਗੀ ਭਾਈ ਫਲਾਨਾ ਸਿੰਘ ਆਲਾ ਸਿੰਘ ਹੁਣਾਂ ਦੇ ਪਰਿਵਾਰ ਨੇ ਵੀ ਏਡਾ ਵੱਡਾ ਕਿਲ੍ਹਾ ਬਣਾਇਆ, ਵੀ ਪਟਿਆਲਾ ਰਿਆਸਤ ਨੇ ਕਿੱਡਾ ਵੱਡਾ ਕਿਲ੍ਹਾ ਬਣਾਇਆ। ਤੇ ਇਹ ਹੁਣ ਸਮੇਂ ਦੇ ਨਾਲ ਸਾਰਾ ਕੁਝ ਉੱਜੜ ਗਿਆ, ਤਬਾਹ ਹੋ ਗਿਆ, ਕੇਅਰ ਨਹੀਂ ਕੀਤੀ ਗਈ ਹੈ ਨਾ, ਕਿਵੇਂ ਲਾ ਲਓ। ਪਰ ਇਹਦਾ ਇਤਿਹਾਸ ਬਹੁਤ ਤਕੜਾ ਵਾ। ਮਤਲਬ ਕਿਸੇ ਸਮੇਂ ਅਫਗਾਨਾਂ ਨੇ ਆ ਕੇ ਇੱਥੇ ਮਿਰਚਾਂ ਬੀਜੀਆਂ ਸੀ ਜਿਹਨੂੰ ਸੁਨਹਿਰੀ ਨਗਰੀ ਕਿਹਾ ਗਿਆ ਤੇ ਸੁਨਹਿਰੀ ਨਗਰੀ ਤੋਂ ਫਿਰ ਸਨੌਰ ਕਿਹਾ ਗਿਆ। ਮਤਲਬ ਇਹਦਾ ਵਿਸ਼ਾਲ ਇਤਿਹਾਸ ਆ। ਤੇ ਬਾਬਰ ਵੀ ਦੱਸਦੇ ਆ ਵੀ ਬਾਬਰ ਵੀ ਬਹੁਤ ਤਕੜਾ ਇਨਸਾਨ ਸੀਗਾ। ਕਿਹਾ ਜਾਂਦਾ ਵੀ ਜਦੋਂ ਸਰੀਰਕ ਤੌਰ ਤੇ ਪ੍ਰੈਕਟਿਸ ਕਰਦਾ ਹੁੰਦਾ ਸੀ, ਕਿਉਂਕਿ ਬਾਬਰ ਦਾ ਇੱਥੇ ਕਬਜ਼ਾ ਸੀ ਪਹਿਲੀਆਂ ਦੇ ਵਿੱਚ, ਇਸੇ ਕਰਕੇ ਬਾਬਰ ਦੀ ਗੱਲ ਕਰਨੀ ਬਣਦੀ ਆ ਵੀ ਬਾਬਰ ਜਦੋਂ ਪ੍ਰੈਕਟਿਸ ਕਰਦਾ ਸੀ ਨਾ ਦੋ ਬੰਦਿਆਂ ਨੂੰ ਬਗਲਾਂ 'ਚ ਲੈ ਕੇ ਕਿਲਿਆਂ ਦੀਆਂ ਕੰਧਾਂ ਟੱਪਦਾ ਫਿਰਦਾ ਹੁੰਦਾ ਸੀ। ਸਰੀਰਕ ਤੌਰ ਤੇ ਇੰਨਾ ਤਕੜਾ ਸੀ। ਕਹਿੰਦਾ ਵੀ ਕਿਹਾ ਜਾਂਦਾ ਵੀ ਜਿਹੜੀ ਵੀ ਉੱਥੇ ਰਾਜ ਭਾਗ ਵਿੱਚ ਜਿੰਨੀਆਂ ਵੀ ਨਦੀਆਂ ਸੀ ਉਹਨੇ ਕਈ ਵਾਰੀ ਪਾਰ ਕੀਤਾ ਸੀਗਾ ਤੇ ਗੰਗਾ ਨਦੀ ਨੂੰ ਵੀ ਉਹਨੇ 2 ਵਾਰੀ ਪਾਰ ਕੀਤਾ ਸੀ। ਤੇ ਜਿਹੜੇ ਬਾਬਰ ਦੇ ਪੁਰਖੇ ਸੀ ਉਹਨਾਂ ਤੋਂ ਡਰਦਿਆਂ ਹੀ ਚੀਨ ਵਾਲਿਆਂ ਨੇ ਆਪਦੀ ਵੱਡੀ ਕੰਧ ਕੱਢ ਲਈ ਸੀਗੀ। ਮਤਲਬ ਇੰਨੇ ਖਤਰਨਾਕ ਕਿਸਮ ਦੇ ਬੰਦੇ ਸੀਗੇ। ਇੱਕ ਪਾਸਿਓਂ ਚੰਗੇਜ਼ ਖਾਂ ਤੇ ਦੂਜੇ ਪਾਸਿਓਂ ਮਤਲਬ ਉਹਨਾਂ ਦਾ ਖੂਨ ਦਾ ਅਸਰ ਸੀਗਾ ਉਹਦੇ ਵਿੱਚ। ਮਤਲਬ ਏਡਾ ਤਕੜਾ ਬੰਦਾ ਸੀਗਾ ਉਹ। ਤੇ ਉਸ ਤੋਂ ਬਾਅਦ ਦੱਸਦੇ ਆ ਵੀ ਜਿਹੜਾ ਬਾਬਰ ਸੀ ਇਹ ਕੀ ਸੀ ਵੀ ਜਦੋਂ ਕੋਈ ਬਿਮਾਰੀ ਆਉਂਦੀ ਸੀ, ਜਦੋਂ ਕੋਈ ਨੁਕਸਾਨ ਹੁੰਦਾ ਸੀ, ਸਭ ਤੋਂ ਪਹਿਲਾਂ ਪਤਾ ਕੀ ਕਰਦਾ ਸੀ, ਆਪਦੀ ਸ਼ਰਾਬ ਵਾਲੇ ਭਾਂਡੇ ਭਾਂਦਾ ਹੁੰਦਾ ਸੀ ਵੀ ਸ਼ਾਇਦ ਮੈਂ ਸ਼ਰਾਬ ਪੀਣਾ ਤਾਂ ਕਰਕੇ ਹਰਕਤ ਹੁੰਦੀ ਆ। ਜਦੋਂ ਹਮਾਯੂ ਬਹੁਤ ਜ਼ਿਆਦਾ ਬਿਮਾਰ ਹੋਇਆ ਨਾ ਤਾਂ ਉਦੋਂ ਤਾਂ ਉਹਨੇ ਫਿਰ ਤੌਬਾ ਹੀ ਕਰਤੀ ਸੀਗੀ ਵੀ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੀ, ਕਿਉਂਕਿ ਹਮਾਯੂ ਦਾ ਮੁੰਡਾ ਸੀ ਉਹਦਾ ਬਿਮਾਰ ਹੋ ਗਿਆ ਸੀ। ਜਦੋਂ ਉਹਨੇ ਕੀ ਕੀਤਾ ਕਿ ਜਿੰਨੀ ਵੀ ਲਾਹਣ ਸੀਗੀ ਸਾਰਿਆਂ 'ਚ ਲੂਣ ਪਵਾ ਕੇ ਉਹ ਸਾਰੀ ਖਤਮ ਕਰਾਤੀ ਸੀਗੀ। ਤੇ ਉਸ ਤੋਂ ਬਾਅਦ ਜਿੰਨੇ ਵੀ ਸੀਗੇ ਮਤਲਬ ਭਾਂਡੇ ਸ਼ਰਾਬ ਵਾਲੇ ਸਾਰੇ ਜਮੇ ਭੰਨਤੇ ਸੀ। ਮਤਲਬ ਇਸ ਕਿਸਮ ਦਾ ਬੰਦਾ ਸੀਗਾ ਵੀ ਮੈਂ ਸ਼ਰਾਬ ਪੀਂਦਾ ਕਰਕੇ ਤਾਈਓ ਮੇਰੇ ਅੱਲਾ ਨੇ ਮੇਰਾ ਨੁਕਸਾਨ ਕੀਤਾ। ਮਤਲਬ ਇਸ ਕਿਸਮ ਦੀ ਭਾਵਨਾ ਰੱਖਦਾ ਸੀ। ਤੇ ਬਾਬਰ ਦਾ ਭਾਰਤ 'ਚ ਕਬਜ਼ਾ ਕਦੋਂ ਹੋਇਆ? 1526 ਦੇ ਵਿੱਚ। 1526 ਪਾਣੀਪਤ ਦੇ ਨੇੜੇ ਉਹਨੇ ਇਬਰਾਹਿਮ ਲੋਧੀ ਨੂੰ ਹਰਾ ਕੇ
ਭਾਰਤ ਤੇ ਕਬਜ਼ਾ ਕੀਤਾ ਸੀ ਤੇ ਇਬਰਾਹਿਮ ਲੋਧੀ ਉਸ ਸਮੇਂ ਅਤਿਆਚਾਰੀ ਬਾਦਸ਼ਾਹ ਬਣ ਗਿਆ ਸੀ। ਆਮ ਲੋਕਾਂ ਨੇ ਵੀ ਇਬਰਾਹਿਮ ਲੋਧੀ ਦਾ ਸਾਥ ਨਹੀਂ ਸੀ ਦਿੱਤਾ। ਭਾਈ ਤੂੰ ਉਹਦਾ ਤੰਗ ਕਰਦਾ, ਇਸ ਕਰਕੇ ਬਾਬਰ ਦੀ ਫੌਜ ਉਦੋਂ ਤਕਰੀਬਨ ਥੋੜ੍ਹੀ ਜਿਹੀ ਹੁੰਦੀ ਸੀਗੀ, 10,000 ਦੇ ਕਰੀਬ, ਤੇ ਇਧਰਲੇ ਪਾਸੇ ਇਬਰਾਹਿਮ ਲੋਧੀ ਕੋਲ 1 ਲੱਖ ਫੌਜ ਸੀ ਤੇ 1 ਲੱਖ ਫੌਜ ਨੂੰ ਬਾਬਰ ਦੀ ਫੌਜ ਨੇ ਹਰਾ ਕੇ ਭਾਰਤ ਤੇ ਕਬਜ਼ਾ ਕਰ ਲਿਆ ਸੀ, ਜਿਹਦੇ ਕਰਕੇ ਲੰਮਾ ਸਮਾਂ ਮੁਗਲ ਸਲਤਨਤ ਨੇ ਰਾਜ ਕੀਤਾ। ਆਖਰੀ ਬਾਦਸ਼ਾਹ ਮੁਗਲਾਂ ਦਾ ਬਹਾਦਰ ਸ਼ਾਹ ਜ਼ਫਰ ਸੀਗਾ। ਮਤਲਬ ਲੰਮਾ ਸਮਾਂ ਸੰਘਰਸ਼ ਕੀਤਾ, ਜਿਨ੍ਹਾਂ ਵਿੱਚ ਬਾਬਰ, ਹਮਾਯੂ, ਅਕਬਰ, ਜਹਾਂਗੀਰ, ਸ਼ਾਹਜਹਾਂ, ਔਰੰਗਜ਼ੇਬ, ਬਹਾਦਰ ਸ਼ਾਹ ਰੰਗੀਲਾ, ਮਤਲਬ ਸਮੇਂ-ਸਮੇਂ ਤੇ ਹਾਕਮ ਬਦਲਦੇ ਰਹੇ, ਦਿੱਲੀ ਦੇ ਤਖਤ ਤੇ ਬੈਠਦੇ ਰਹੇ। ਮਤਲਬ ਗੱਲ ਕੀ ਕਿ ਕਿਸੇ ਸਮੇਂ ਮਿਰਚਾਂ ਦੇ ਬੀਜ ਲੈ ਕੇ ਆਏ ਬੰਦਿਆਂ ਨੇ ਇੱਥੋਂ ਤੱਕ ਰਾਜ ਭਾਗ ਕੀਤਾ। ਦਰਸ਼ਕੋ, ਅੰਦਰਲੇ ਪਾਸੇ ਇੱਕ ਪਾਸੇ ਪੁਰਾਣੀ ਮਸਜਿਦ ਵੀ ਬਣੀ ਹੋਈ ਆ ਤੇ ਨਾਲ 2-4 ਕਮਰੇ ਨੇ ਪੁਰਾਣੇ, ਉਹ ਵੀ ਅੰਦਰੋਂ ਆ ਜਾਓ ਆਪਾਂ ਦੇਖਦੇ ਹਾਂ ਜਾ ਕੇ ਕਿਵੇਂ ਆ ਮਾਹੌਲ ਸਾਰਾ। ਆਹ ਦਰਸ਼ਕੋ ਮਸਜਿਦ ਦੀਆਂ ਕੰਧਾਂ ਨੇ, ਪੁਰਾਣੀ ਮਸਜਿਦ ਆ, ਇੱਧਰਲੇ ਪਾਸੇ ਵੀ ਆ ਤੇ ਆਹ ਮਤਲਬ ਪੁਰਾਤਨ ਪੁਰਾਣੀ ਆ, ਆਪਾਂ ਕਹਿ ਸਕਦੇ ਹਾਂ ਕਿ ਬਾਬਰ ਹੁਣਾਂ ਵੇਲੇ ਦੇ ਜ਼ਮਾਨੇ ਦੀਆਂ ਨੇ ਸਾਰੀਆਂ, ਜੋ ਕਿ ਅਫਗਾਨਾਂ ਦਾ ਜ਼ਿਆਦਾਤਰ ਮੁਸਲਮਾਨ ਅਫਗਾਨਾਂ ਦਾ ਇੱਧਰ ਕਬਜ਼ਾ ਜ਼ਿਆਦਾ ਰਿਹਾ ਕਰਕੇ ਇੱਧਰਲੇ ਪਾਸੇ ਆਹ ਉਸ ਹਿਸਾਬ ਦੀਆਂ ਪੁਰਾਣੀਆਂ ਚੀਜ਼ਾਂ ਨੇ। ਤੁਹਾਨੂੰ ਮੈਂ ਦਿਖਾ ਦਿਆਂ, ਇਸ ਵਕਤ ਛੱਤਾਂ ਡਿੱਗ ਚੁੱਕੀਆਂ ਨੇ ਇਸ, ਕਿਉਂਕਿ ਮੈਨੂੰ ਦੇਖੋ ਵੱਡੀ ਗੱਲ ਕੀ ਪਤਾ ਲੱਗਦੀ ਆ ਵੀ ਸਿੱਖਾਂ ਨੇ ਇੱਥੇ ਕਿਲ੍ਹਾ ਬਣਾਇਆ, ਉਸ ਤੋਂ ਪਹਿਲਾਂ ਇੱਥੇ ਮਸਜਿਦ ਬਣੀ ਸੀ, ਵੀ ਮਸਜਿਦ ਦਾ ਸਿੱਖਾਂ ਨੇ ਨੁਕਸਾਨ ਨਹੀਂ ਕੀਤਾ। ਮਤਲਬ ਇੱਕ ਮੁਹੱਬਤ ਦੀ ਗੱਲ ਆ। ਇਹ ਹਜੇ ਇੱਥੇ ਕਮਰਾ ਵੀਰਾਨ ਪਿਆ, ਛੱਤਾਂ ਡਿੱਗ ਰਹੀਆਂ ਨੇ ਇੱਥੇ। ਹਰਨੇਕ ਆ ਕੇ ਦਿਖਾਈ ਮਾੜਾ ਜਿਹਾ, ਆਹ ਦੇਖੋ ਇੱਧਰਲੇ ਪਾਸੇ ਵੱਡੇ ਵੱਡੇ ਗਾਡਰ ਨੇ। ਆਹ ਤਾਂ ਬਾਅਦ ਦੇ ਵਿੱਚ ਬਣਿਆ ਹੋਊਗਾ, ਮਤਲਬ ਉਹਦੇ ਰੱਖ ਰਖਾਵ ਉਸ ਸਮੇਂ ਵਧੀਆ ਤਰੀਕੇ ਨਾਲ ਕੀਤਾ ਸੀਗਾ, ਪਰ ਹੁਣ ਥੋੜ੍ਹਾ ਜਿਹਾ ਬਦਲ ਗਿਆ। ਮਤਲਬ ਸਿੱਖਾਂ ਦੇ ਕਿਲੇ ਦੇ ਵਿੱਚ ਇੱਕ ਮਸਜਿਦ ਸੀ ਤੇ ਜਿਹਦਾ ਕਿਸੇ ਨੇ ਨੁਕਸਾਨ ਨਹੀਂ ਪਹੁੰਚਾਇਆ। ਇਹ ਪ੍ਰਾਪਤੀ ਕਹਿ ਸਕਦੇ ਹਾਂ ਕਿ ਸਾਡੇ ਭਾਈਚਾਰੇ ਦੀ, ਜਾਂ ਕਹਿ ਸਕਦੇ ਹਾਂ ਕਿ ਕੌਮ ਦੀ, ਵੀ ਚੰਗਾ ਸੁਨੇਹਾ ਮਿਲਦਾ, ਵੀ ਸਹਿਣਸ਼ੀਲਤਾ ਮਿਲਦਾ, ਵੀ ਇਹਦਾ ਮਤਲਬ ਪਟਿਆਲਾ ਰਿਆਸਤ ਸਹਿਣਸ਼ੀਲ ਕਿਸਮ ਦੀ ਸੀ। ਦਰਸ਼ਕੋ, ਗੱਲ ਇਉਂ ਆ ਵੀ ਜਦੋਂ ਜੱਸਾ ਸਿੰਘ, ਆਪਣਾ ਕਹਿ ਸਕਦੇ ਹਾਂ ਕਿ ਬਾਬਾ ਆਲਾ ਸਿੰਘ ਦਾ ਸਿੱਖਾਂ ਨੇ ਵਿਰੋਧ ਵੀ ਕਰਤਾ ਸੀ। ਇੱਕ ਵਾਰੀ ਕੀ ਹੋਇਆ ਕਿ ਬਾਬਾ ਆਲਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਸਮਝੌਤਾ ਕਰ ਲਿਆ ਸੀ। ਉਹਨੇ ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਨੇ ਫਿਰ 3 ਲੱਖ ਰੁਪਈਆ ਦੇ ਕੇ ਬਾਬਾ ਆਲਾ ਸਿੰਘ ਨੂੰ ਛੁਡਾਇਆ ਗਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਰਾਜੇ ਦਾ ਖਿਤਾਬ, ਬਾਬਾ ਆਲਾ ਸਿੰਘ ਨੂੰ ਰਾਜੇ ਦਾ ਖਿਤਾਬ ਦਿੱਤਾ ਗਿਆ, ਜਿਸ ਦੇ ਵਿਰੋਧ ਦੇ ਵਿੱਚ ਸਿੱਖ ਜਥੇਬੰਦੀਆਂ ਉਸ ਸਮੇਂ ਦੀਆਂ, ਜਿਨ੍ਹਾਂ ਵਿੱਚ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਨਾਂ ਆਉਂਦਾ, ਉਹਨਾਂ ਨੇ ਫਿਰ ਇਹਨਾਂ ਨੂੰ ਧਰਮ ਮਤਲਬ ਪੰਥ ਚੋਂ ਛੇਕਿਆ ਵੀ ਤੂੰ ਮਾੜੀ ਗੱਲ ਕੀਤੀ ਸਾਡੇ ਨਾਲ। ਤਾਂ ਉਸ ਸਮੇਂ ਬਾਅਦ ਦੇ ਵਿੱਚ ਫਿਰ ਸਮਝੌਤਾ ਹੋਇਆ ਤਾਂ ਰਾਜੀਨਾਮਾ ਵੀ ਹੋ ਗਿਆ ਸੀ। ਇਕੱਠਿਆਂ ਨੇ ਮੁਹਿੰਮਾਂ ਵੀ ਜਿੱਤੀਆਂ, ਮਹਾਰਾਜਾ ਅਮਰ ਸਿੰਘ ਨਾਲ ਵੀ ਚੰਗੇ ਸੰਬੰਧ ਰਹੇ। ਪਰ ਉਸ ਤੋਂ ਪਹਿਲਾਂ ਦੱਸਦੇ ਹਾਂ ਵੀ ਇਹਨਾਂ ਦੀ ਆਪਸ ਵਿੱਚ ਖੜਕਦੀ ਵੀ ਰਹੀ ਸੀ, ਕਿਉਂਕਿ ਇਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਸਮਝੌਤਾ ਕੀਤਾ। ਇਹ ਇਸ ਕਰਕੇ ਮਤਲਬ ਉਦੋਂ ਵਿਰੋਧ ਵੀ ਹੋਇਆ ਸੀਗਾ। ਤੇ ਇਹ ਸੀਗਾ ਸਨੌਰ ਕਿਲੇ ਦਾ ਇਤਿਹਾਸ। ਸਨੌਰ ਕਿਸੇ ਸਮੇਂ ਸਨੌਰੀ ਮਿਰਚ ਦੁਨੀਆ ਦੇ ਵਿੱਚ ਮਸ਼ਹੂਰ ਮੰਨੀ ਗਈ ਆ, ਸਨੌਰ ਦੀਆਂ ਮਿਰਚਾਂ, ਇਹ ਇੱਕ ਵੱਡੀ ਗੱਲ ਸੀ। ਸੋ ਇਹ ਸੀ ਕਿਲ੍ਹਾ, ਜਿੰਨੇ ਵੀ ਨਿਸ਼ਾਨ ਬੱਚੇ ਤੁਹਾਡੇ ਰੂਬਰੂ ਕੀਤੇ ਆ। ਸੋ ਦਰਸ਼ਕੋ, ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਦੇ ਆ। ਮਿਹਰਬਾਨੀ, ਧੰਨਵਾਦ।